ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਨਿਊਜ਼ ਨੈਟਵਰਕ ਵੱਲੋਂ ਦੈਨਿਕ ਸਵੇਰਾ ਨਿਊਜ਼ਪੇਪਰ ਟੀਵੀ ਤੇ ਦੈਨਿਕ ਸਵੇਰਾ ਕੇਬਲ ਨੈਟਵਰਕ ਵੱਲੋਂ ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਹੁਣ ਸੀਐਮ ਕੈਂਡੀਡੇਟ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। 2022 ਚੋਣਾਂ ਤੇ ਚਰਚਾ ਤੋਂ ਪਹਿਲਾਂ ਅਸੀਂ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਸਨਮਾਨਿਤ ਕਰਨ ਦੇ ਲਈ ਸੱਦਾ ਦਿੰਦੇ ਹਾਂ ਮੰਚ ਤੇ। दैनिक सवेरा नैटवर्क के न्यूज़ नैटवर्क के डायरैक्टर ते ग्रुप एडिटर अभिषेक विज जी मंच ते क्यूआन ते सम्मानित गेस्टां नूं एक शॉल भेंट करन। बहुत बहुत स्वागत है अरविंद केजरीवाल जी, भगवंत मान जी। चोणां की तैयारी बहुत जोर शोर के नाल चल रही है पंजाब दे विच। केजरीवाल साहब तुसी पिछला इलैक्शन भी पंजाब दे विच लड़िया, 100 सीटां दा दावा सीगा, उन्नियां सीटां आ नहीं पाईयां। इस वारी की तुहानूं उम्मीद हैगी है कि दोबारा एनर्जी दे विच कोई कमी नज़र नहीं आ रही अरविंद केजरीवाल दे, भगवंत मान दे, तुहाडे कैडर दे विच? जमीनी स्थिति इस वारी की देख रहे हो? पिछली वारी शायद थोड़ी मिसकैलकुलेशन हो गई तुहाडी। देखो जी, इस बार पंजाब में दो किस्म के साथ साथ नैरेटिव चल रहे हैं। एक तो जनता ये देख रही है कि कांग्रेस ने और अकाली दल ने दोनों ने पंजाब को मिलके किस तरह से लूटा है। 2017 में क्या था, 10 साल से अकाली दल की सरकार थी। कैप्टन साहब के ऊपर लोगों ने काफ़ी भरोसा किया, कैप्टन साहब को एक उम्मीद के रूप में देखा, तो लोगों ने जम के कैप्टन साहब को वोट दे दिया। अब 5 साल में कांग्रेस और अकाली दल दोनों से लोग उकता चुके हैं, बुरी तरह से तंग आ चुके हैं, दोनों ने मिलकर लूटा है। दूसरी तरफ दिल्ली के अंदर क्या लोगों ने देखा है, बहुत अच्छा काम हुआ है। दिल्ली में स्कूल अच्छे हो गए, अस्पताल अच्छे हो गए, बिजली अच्छी हो गई, और पंजाब और दिल्ली के अंदर लोग आते जाते रहते हैं। तो लोग चाहते हैं कि एक मौका आम आदमी पार्टी को मिलना चाहिए। हम जहाँ भी पंजाब में जाते हैं लोग इन 3 चीज़ों की बात करते हैं। कहते जी हमें पता है दिल्ली में स्कूल अच्छे हो गए, इधर भी अच्छे कर देना। हमें पता है दिल्ली में अस्पताल अच्छे कर दिए, इधर भी कर देना। बिजली अच्छी कर दी, इधर भी बिजली मुफ्त कर देना। तो दिल्ली के काम लोगों को पता है और दिल्ली के काम देख के लोग एक उम्मीद के रूप में आम आदमी पार्टी की तरफ देख रहे हैं। मान साहब, मेरा जिस तरह सवाल पमिल ने केजरीवाल साहब उन्होंने किया कि जो 2017 च तुसीं देखते हो कि 2022 ਦੇ ਵਿੱਚ ਕਿੱਦਾਂ ਰਿਕਵਰੀ ਕੀਤੀ, ਤਾਂ ਤੁਹਾਡੀ ਪਾਰਟੀ ਖੁਦ ਕਹਿੰਦੇ ਕਿ ਪਿਛਲੀ ਵਾਰ ਆਪਾਂ ਸੀਐਮ ਚਿਹਰਾ ਲੈ ਕੇ ਨਹੀਂ ਗਏ ਸੀਗੇ। ਹੁਣ ਜਦੋਂ ਤੁਹਾਡਾ ਨਾਮ ਦਾ ਐਲਾਨ ਕੀਤਾ ਗਿਆ ਤੇ 1 ਮਹੀਨਾ ਰਹਿ ਗਿਆ ਵੋਟਾਂ ਨੂੰ, ਉਹਦੇ ਚ ਵੀ 6 ਦਿਨ ਐਡ ਹੋ ਗਏ ਤੇ ਤੁਹਾਨੂੰ ਸਮਾਂ ਹੋਰ ਵੱਧ ਮਿਲ ਜਾਂਦਾ। ਪਰ ਜਦੋਂ ਤੁਹਾਡੇ ਨਾਮ ਦਾ ਐਲਾਨ ਕੀਤਾ ਗਿਆ ਉਦੋਂ ਇਲੈਕਸ਼ਨ ਕਮਿਸ਼ਨ ਦੀਆਂ ਕੁਝ ਗਾਈਡਲਾਈਨਸ ਨੇ, ਜਦੋਂ ਤੁਸੀਂ ਰੈਲੀਆਂ ਨਹੀਂ ਕਰ ਸਕਦੇ, ਜਦੋਂ ਤੁਸੀਂ ਬਹੁਤ ਜ਼ਿਆਦਾ ਇਕੱਠ ਨਹੀਂ ਕਰ ਸਕਦੇ, ਤਾਂ ਇਸ ਵੇਲੇ ਤੁਹਾਡੇ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਨੇ ਤੁਹਾਡਾ ਨਾਮ ਦੇਰੀ ਨਾਲ ਐਲਾਨ ਕੀਤਾ? ਨਹੀਂ, ਇਹਦੇ ਵਿੱਚ ਦੇਰੀ ਵਾਲੀ ਤਾਂ ਕੋਈ ਗੱਲ ਨਹੀਂ, ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਨੇ ਉਹ ਸਭ ਤੋਂ ਵੱਧ ਸਾਨੂੰ ਸੂਟ ਕਰਦੀਆਂ ਨੇ, ਕਿਉਂਕਿ ਡੋਰ ਟੂ ਡੋਰ ਦੇ ਅਸੀਂ ਐਕਸਪਰਟ ਹਾਂ। ਆਮ ਆਦਮੀ ਪਾਰਟੀ ਨੇ ਡੋਰ ਟੂ ਡੋਰ ਸ਼ੁਰੂ ਕੀਤੇ ਸੀ ਦਿੱਲੀ 'ਚ। ਪਹਿਲਾਂ ਤਾਂ ਜਿਹੜੇ ਇਹ ਵੱਡੇ ਲੀਡਰ ਸੀ ਉਹ ਹੈਲੀਕਾਪਟਰ 'ਚੋਂ ਹੀ ਆਏ ਕਰ ਦਿੰਦੇ ਸੀ, ਲੋਕ ਵੋਟ ਪਾਉਂਦੇ ਸੀ। ਹੁਣ ਪਿਛਲੀ ਵਾਰ 2020 ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਪਤਾ ਨਹੀਂ ਕਿੰਨੇ ਸਟੇਟਾਂ ਦੇ ਮੁੱਖ ਮੰਤਰੀ ਪਰਚੇ ਵੰਡਦੇ ਫਿਰਦੇ ਸੀ ਨਾ, ਆ ਗਏ ਨਾ ਧਰਤੀ ਤੇ। ਸੋ ਅਸੀਂ ਉਹਦੇ ਸਪੈਸ਼ਲਿਸਟ ਹਾਂ। ਸਾਡੀਆਂ ਫੌਜਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਡੋਰ ਟੂ ਡੋਰ ਕਰਨ। ਅੱਜ ਤੋਂ ਨਹੀਂ, ਬਹੁਤ ਚਿਰ ਪਹਿਲਾਂ ਤੋਂ, ਜਦੋਂ ਗਰੰਟੀਆਂ ਦੀਆਂ ਰਜਿਸਟ੍ਰੇਸ਼ਨਾਂ ਕਰਾਉਣੀਆਂ ਸੀ, ਸਾਰਾ ਕੁਝ। ਨੰਬਰ 2 ਤੇ ਸੋਸ਼ਲ ਮੀਡੀਆ 'ਚ ਸਾਡੇ ਕੋਲੇ ਜਨੂਨੀ ਨੇ, ਇਹਨਾਂ ਕੋਲੇ ਤਨਖਾਹ ਵਾਲੇ ਨੇ। ਜਨੂਨ ਦਾ ਤੇ ਤਨਖਾਹ ਪੇੜ ਵਾਲੇ ਦਾ ਫਰਕ ਹੁੰਦਾ। ਉਹ ਸਾਡਾ ਜਿਹੜਾ ਅਸੀਂ ਕੋਈ ਉਹਦੇ 'ਚ ਕੋਈ ਗਲਤ ਜਾਂ ਕੋਈ ਅਸੀਂ ਟਰੋਲ ਆਰਮੀ ਨਹੀਂ ਪੈਦਾ ਕੀਤੀ ਇਹਨਾਂ ਵਾਂਗੂ ਗਾਲਾਂ ਕੱਢਣ ਨੂੰ। ਅਸੀਂ ਪੋਜ਼ਿਟਿਵ ਜਿਹੜੀ ਹੈ ਗੱਲਾਂ ਉੱਥੇ ਕਰਦੇ ਹਾਂ, ਕਿਸੇ ਨੂੰ ਕੋਈ ਮੰਦੀ ਸ਼ਬਦਾਵਲੀ ਨਹੀਂ ਬੋਲਦੇ। ਤੇ ਬਾਕੀ ਜਦੋਂ ਮੀਡੀਆ ਆ ਗਿਆ ਤੁਹਾਡੇ ਵਾਲਾ, ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਅਮਰੀਕਾ ਦੇ ਵਿੱਚ ਜਿਵੇਂ ਡਿਬੇਟ ਹੁੰਦੀ ਹੈ, ਦੋਨੋਂ ਰਾਸ਼ਟਰਪਤੀ ਜਿਹੜੇ ਨੇ ਬਹਿ ਜਾਂਦੇ ਨੇ ਹਰ ਟੌਪਿਕ ਤੇ, ਉਹਨਾਂ ਤੋਂ ਉਹਨਾਂ ਦੇ ਵਿਊ ਮੰਗੇ ਜਾਂਦੇ ਨੇ। ਉਹ ਡਿਬੇਟ ਨੂੰ ਸੁਣ ਕੇ ਲੋਕ ਆਪਣਾ ਮਨ ਬਣਾਉਂਦੇ ਨੇ। ਕਰਾਊਡ ਡਿਬੇਟ, ਉੱਥੇ ਕੁਰਸੀ ਲਾਓ ਚੰਨੀ ਜੀ ਦੀ, ਉੱਥੇ ਕੁਰਸੀ ਲਾਓ ਸਿੱਧੂ ਦੀ। मेरा ये कहना है, एक तरफ भगवंत मान और एक तरफ कांग्रेस के सारे सीएम कैंडिडेट
कितने हैं? 4 हैं, 5 हैं, 4-5 है। तीन का सारे- नाम, तीन सारे- का चेहरा वो लेके आए हैं सामने। वो सारे एक साथ आ जाएं और डिबेट हो जाए पंजाब के ਪਰ अंदर। ਇਹ ਬੜਾ ਕੇਜਰੀਵਾਲ ਸਾਹਿਬ ਤੁਹਾਡੇ ਤੇ ਬਹੁਤ ਬੋਲਿਆ। ਨਵਜੋਤ ਸਿੰਘ ਸਿੱਧੂ ਹੁਣਾਂ ਨੇ ਕਿਹਾ ਕਿ ਮੈਂ ਕਿਹਾ ਵੀ ਅਰਵਿੰਦ ਕੇਜਰੀਵਾਲ ਮੇਰੇ ਨਾਲ ਆ ਕੇ ਬਹਿਸ ਕਰਨ, ਕਹਿੰਦੇ ਗਰੰਟੀਆਂ ਅਰਵਿੰਦ ਕੇਜਰੀਵਾਲ ਨੇ ਨਹੀਂ ਦਿੱਤੀਆਂ। ਪੰਜਾਬ ਦੇ ਵਿੱਚ ਫ੍ਰੀ ਚੀਜ਼ਾਂ ਦੀ ਅਨਾਉਂਸਮੈਂਟ ਅਰਵਿੰਦ ਕੇਜਰੀਵਾਲ ਨੇ ਕੀਤੀਆਂ, ਭਗਵੰਤ ਮਾਨ ਨੇ ਨਹੀਂ ਕੀਤੀਆਂ, ਇਸ ਲਈ ਮੈਂ ਭਗਵੰਤ ਨਾਲ ਬਹਿਸ ਨਹੀਂ ਕਰਨੀ। ਉੱਤੇ ਕਹਿੰਦੇ ਮੈਂ ਅਰਵਿੰਦ ਕੇਜਰੀਵਾਲ ਨਾਲ ਬਹਿਸ ਕਰਨਾ ਚਾਹੁੰਦੇ, ਭਗਵੰਤ ਮਾਨ ਨਾਲ ਉਹ ਵਨ ਸਾਈਡਡ ਸੀਜ਼ ਫਾਇਰ ਕਰ ਦਿੰਦੇ, ਕਹਿੰਦੇ ਭਗਵੰਤ ਮਾਨ ਤੇ ਮੈਨੂੰ ਗੁਰੂ ਕਹਿੰਦਾ। देखो मैंने तो सीएम बनना नहीं है, सीएम तो इन्होंने बनना है। तो मेरा ये सुझाव है सेम लेवल पे वो अगर हो। ਤੁਸੀਂ ਸਿੱਧੂ ਸਾਹਿਬ ਸੁਣਦੇ ਹੋਣਗੇ ਤੁਸੀਂ ਜਵਾਬ ਦੇ ਦਿਓ। नहीं, सिद्धू साहब के सवालों को तो कांग्रेस वाले ही सीरियसली नहीं लेते, आप लोगों को भी सीरियसली नहीं लेना चाहिए सिद्धू साहब क्या कहते हैं। लेकिन पंजाब के लिए ये एक अच्छा, पंजाब नहीं पूरे देश के लिए ये एक अच्छा रिवाज बनेगा अगर दोनों तरफ के सीएम कैंडिडेट्स के बीच में अच्छा हेल्दी डिबेट होता है और जनता प्रश्न पूछे। जनता सोशल मीडिया के जरिए सामने बैठ के भगवंत जी से भी प्रश्न पूछे और उनके जितने 5, 7, 8, 10 जितने भी सीएम कैंडिडेट हैं उन लोगों से भी प्रश्न पूछे। ਪਰ ਤੁਸੀਂ ਹੁਣ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਸੋਸ਼ਲ ਮੀਡੀਆ ਸਾਡੇ ਕੋਲ ਹਥਿਆਰ ਹੈਗਾ, ਆਪਾਂ ਕੋਲ ਬਹੁਤ ਜ਼ਿਆਦਾ ਟਿੱਪਣੀਆਂ ਨਹੀਂ ਕਰਦੇ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਭਣੇਵੇਂ ਦੇ ਜਾਂ ਮੇਰੇ ਕਿਸੇ ਰਿਸ਼ਤੇਦਾਰ ਦੇ ਘਰ ਈਡੀ ਦੀ ਰੇਡ ਵੱਜਦੀ ਹੈ ਤਾਂ ਕੇਜਰੀਵਾਲ ਮੈਨੂੰ ਉਹਦੇ ਨਾਲ ਕਿਉਂ ਜੋੜ ਰਹੇ ਨੇ, ਮੇਰੀ ਫੋਟੋਆਂ ਲਾ ਕੇ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਕਰ ਰਹੇ ਨੇ। ਉਹ ਕਹਿੰਦੇ ਮੈਂ ਤਾਂ ਡੈਫਾਮੇਸ਼ਨ ਦਾ ਕੇਸ ਵੀ ਕਰਾਂਗਾ ਇਹਨਾਂ ਦਾ ਜੇ ਤਾਂ ਨਾ ਰੁਕੇ ਤਾਂ। जितने मर्जी डिफेमेशन करे, मैं नहीं कह रहा, मैंने कुछ नहीं कहा, पंजाब के लोग कह रहे हैं। उन्होंने आज मैंने उनकी प्रेस कॉन्फ्रेंस सुनी थी, उन्होंने बोला कि मेरा कसूर इतना है कि मैं अपने रिश्तेदारों के ऊपर नजर नहीं रख पाया। मुझे खुशी है कि चन्नी साहब ने माना कि उनके दोस्त और उनके रिश्तेदार उनके नाम पे पैसे उठा रहे हैं। अगर उनके रिश्तेदार, उनके दोस्त उनके नाम पे पैसे उठा रहे हैं तो पहली चीज वो कहते हैं कि मेरा कसूर इतना है कि मैं अपने कुछ रिश्तेदारों के ऊपर नजर नहीं रख पाया। चन्नी साहब, अगर आप अपने 4 रिश्तेदारों पे नजर नहीं रख पाए, आप पंजाब को कैसे संभालोगे? पंजाब के अंदर तो इतने सारे लोग हैं, 3 करोड़ लोग हैं। पंजाब के अंदर जितनी अगर कोई गड़बड़ हो रही है तो अगर आपसे 4 रिश्तेदार नहीं संभलते तो एक मिनट। दूसरी चीज, अगर उनके रिश्तेदार उनके नाम पे पैसे उठा रहे थे तो पैसे कोई क्यों देता है? गलत काम करने के लिए देता है। चन्नी साहब ये बताएं कि उन रिश्तेदारों के लिए चन्नी साहब ने पिछले 3 महीने में क्या क्या गलत काम किए, उन गलत कामों के पैसे उठाए हैं उन्होंने। तो चन्नी साहब ने उन रिश्तेदारों के लिए कुछ गलत काम किए होंगे, कुछ लिस्ट होगी कामों की, वो लिस्ट आज पंजाब के लोग जानना चाहते हैं। बताएं चन्नी साहब कि उन रिश्तेदारों के क्या क्या गलत काम उन्होंने किए जिनके उन्होंने पैसे उठाए हैं। पर जो कह रहे कि ਅਸੀਂ डेफामेशन कर देंगे, ये करे नजायज defamation, इल्जाम है। करे डेफेमेशन, उनके डेफेमेशन। ये सवाल किसी के घर में 10 करोड़ रुपए निकले और जब जनता उनसे सवाल पूछे जी 10 करोड़ रुपए किसके थे, वो कहेंगे मेरे से पूछोगे तो मैं डेफेमेशन कर दूंगा। आप पंजाब के लोगों को धमकी दे रहे हो। पूरा पंजाब जानना चाहता है ये 10 करोड़ रुपए किसके थे, किस लिए दिए गए ये 10 करोड़ रुपए। और 10 करोड़ रुपए क्या, लोग तो पता नहीं कह रहे हैं कि ये तो ट्रेलर था, पता नहीं कितने पैसे कमा रखे हैं इन्होंने 111 दिन के अंदर। पर सीएम साहब कोई भी गल कहते ने कि ये मोदी दी प्रेशर पॉलिटिक्स है, कहते भी जरूर मेरे है। ते ईडी दी रेड हुई ਤੇ ਜ਼ਰੂਰ ਹੁਣ ਹੈ। ਅਰਵਿੰਦ ਕੇਜਰੀਵਾਲ ਟਾਰਗੇਟ ਕਰ ਰਹੇ ਨੇ। ਦਿੱਲੀ 'ਚ ਅਰਵਿੰਦ ਕੇਜਰੀਵਾਲ ਤੇ ਵੀ ਈਡੀ ਦੀ ਰੇਡ ਹੋਈ ਸੀ, ਜ਼ਰੂਰ। ਉਦੋਂ ਉਹਨਾਂ ਨੇ ਬਹੁਤ ਰੋਲਾ ਪਾਇਆ। ना, मैं यही कहना चाहता हूं, मोदी साहब बदले की राजनीति करते हैं, मैं मानता हूं। मोदी साहब अपने विरोधियों को तंग करते हैं, मैं मानता हूं। मेरे को भी खूब तंग किया इन्होंने, मेरे ऊपर भी रेड मारी, मेरे घर पे रेड मारी। चन्नी साहब पे खुद पे रेड नहीं मारी, उनके तो रिश्तेदारों पे रेड मारी। मेरे तो अपने घर पे मोदी साहब ने इनकम टैक्स, ईडी, सीबीआई, दिल्ली पुलिस, चारों रेड मारी मेरे घर पे, मेरे दफ्तर पे, कुछ नहीं निकला। फिर मैंने प्रेस कॉन्फ्रेंस करके कहा कि मोदी साहब कोई एजेंसी बच गई हो तो उसको भी भेज दो। इनके यहां जब रेड मारी, वो कहते हैं जी मैंने उनका वो रोक दिया था, काफिला रोक दिया था इसलिए मारी। जिस मर्जी रेड मार। चन्नी साहब ये बताइए 10 करोड़ रुपया किसका है? हो सकता है वो लोग ये जानना चाहते हैं कि 10 करोड़ रुपया किसका है। ਕੇਜਰੀਵਾਲ ਸਾਹਿਬ ਹੋ ਸਕਦਾ ਉਹ ਕਹਿੰਦੇ ਮੈਂ 111 ਦਿਨਾਂ 'ਚ ਕੰਮ ਹੀ ਬੜੇ ਕੀਤੇ, ਮੈਂ 4.5 ਸਾਲ ਦਾ ਪੂਰਾ ਕੰਮ 111 ਦਿਨਾਂ 'ਚ ਕੀਤਾ, ਮੈਂ ਘਰ ਬੈਠਿਆ ਨਹੀਂ, ਇਸ ਕਰਕੇ ਹੋ ਸਕਦਾ ਉਹਨਾਂ ਦੇ ਰਿਸ਼ਤੇਦਾਰ ਤੇ ਧਿਆਨ ਨਾ ਪਿਆ ਹੋਵੇ। आप उनकी डिफेंस क्यों कर रहे हो? उनको जवाब देने दो ना। ਨਹੀਂ ਮੈਂ आप defense नहीं उनके कर रहा, मैं आप ਉਹਨਾਂ उनके ਦਾ वकील थोड़ी जो हो। ਉਹਨਾਂ ਦਾ ਬਿਆਨ ਆ ਰਿਹਾ उनसे ਜੋ ਉਹ पूछो। ਪੱਖ ਰੱਖ ਰਹੇ। आप जर्नलिस्ट हो, पत्रकार हो, आपका काम है उनसे पूछना। मेरा ये प्रश्न है, पंजाब की जनता का ये प्रश्न है कि वो 10 करोड़ रुपए, 56 करोड़ की एंट्री, जगुआर कारें, इतनी सारी गाड़ियां,
वो किसकी हैं? वो कहते हैं मेरे रिश्तेदार के ने मेरे नाम पे उठाया। तो आपने उनके कोई तो गलत काम करे होंगे। किस गलत काम के पैसे उन्होंने उठाए आपके नाम से? ਭਗਵੰਤ ਮਾਨ ਸਾਹਿਬ ਅਗਰ ਤੁਹਾਡੀ ਸਰਕਾਰ ਆ ਗਈ, ਜੇ ਤੁਹਾਡੀ ਸਰਕਾਰ ਆ ਗਈ ਤੇ ਫਿਰ ਜੋ ਕੇਜਰੀਵਾਲ ਸਾਹਿਬ ਕਹਿ ਰਹੇ ਆ ਕੀ ਫਿਰ ਸੀਐਮ ਦੇ ਰਿਸ਼ਤੇਦਾਰਾਂ ਤੇ ਕਾਰਵਾਈ ਕਰੋਗੇ? ਦੇਖੋ ਗੱਲ ਇਹ ਕੱਲੇ ਸੀਐਮ ਦੇ ਰਿਸ਼ਤੇਦਾਰ ਜਿਹੜਾ ਵੀ ਪੰਜਾਬ 'ਚ ਗਲਤ ਕੰਮ ਕਰੂਗਾ, ਮੰਤਰੀ ਹੋਵੇ ਸੰਤਰੀ ਹੋਵੇ, ਅਸੀਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਵਾਂਗੇ। ਅਸੀਂ ਇਹਨਾਂ ਵਾਂਗੂ ਪਲੈਨਿੰਗ ਨਾਲ FIR ਨਹੀਂ ਕਰਨੀ ਕਿ ਅਗਰ ਅੱਜ ਭਗਵੰਤ ਮਾਨ ਸੀਐਮ ਹੁੰਦੇ ਤੇ ਕੀ ਕਾਰਵਾਈ ਕਰਦੇ? ਮੰਨ ਲਓ ਕਿਤੇ ਕਾਰਵਾਈ ਕਰਦੇ। ਇਹੀ ਈਡੀ ਰੇਟਸ ਨੂੰ ਲੈ ਕੇ ਫਿਰ ਤੁਸੀਂ ਕੀ ਕਰਦੇ ਜੋ ਕੇਜਰੀਵਾਲ ਸਾਹਿਬ ਹੁਣ ਕਹਿ ਰਹੇ ਆ ਅਗਰ ਭਗਵੰਤ ਮਾਨ ਅੱਜ ਸੀਐਮ ਹੁੰਦੇ? ਨਹੀਂ, ਮੇਰੇ ਰਿਸ਼ਤੇਦਾਰ ਦੇ ਘਰੋਂ ਤਾਂ ਕੋਈ 10 ਰੁਪਏ ਨਹੀਂ ਲੱਭਣੇ, ਲੱਭ ਲਓ। ਮੈਂ ਚੰਨੀ ਦੇ ਰਿਸ਼ਤੇਦਾਰ ਦੀ ਗੱਲ ਕਰ। ਨਹੀਂ ਫਿਰ ਕਾਰਵਾਈ ਹੁੰਦੀ, ਈਡੀ ਵੀ ਕਰੂਗੀ ਕਾਰਵਾਈ ਨਾ। ਈਡੀ ਸੈਂਟਰ ਦੀ ਏਜੰਸੀ ਹੈ, ਆਈ ਹੈ, ਠੀਕ ਹੈ, ਬਦਲਾਖੋਰੀ ਦੀ ਭਾਵਨਾ ਕਰਕੇ ਵੀ ਆ ਗਈ ਹੋਣੀ, ਪਰ ਨਾਲ 10 ਕਰੋੜ ਰੁਪਏ ਤਾਂ ਲੈ ਕੇ ਆਈ ਹੋਣੀ। ਜਾਂ 100 ਕਰੋੜ ਹੀ ਲਿਆਉਂਦੇ ਫਿਰ ਤਾਂ ਫਿਰ ਜੇ ਗੱਲ ਹੁੰਦੀ कुछ ना कुछ तो है ना। मैं आपको बताता हूँ, दिल्ली में हमारी सरकार बनी 2015 में, फरवरी में सरकार बनी, मई या जून के महीने में मेरा फ़ोन नंबर जनता के पास रहता है, जनता मेरे को मैसेज भेजती है। एक व्हाट्सएप मैसेज आया, ऑडियो मैसेज। उस ऑडियो मैसेज में मेरा खाद्य मंत्री, फूड मिनिस्टर, एक राशन की दुकान वाले से 5 लाख रुपए मांग रहा था। 3 घंटे के अंदर अंदर मैंने उस मंत्री को अपनी कैबिनेट से निकाल दिया और मामला मैंने सीबीआई को सौंप दिया। मैंने उसको बचाने की कोशिश नहीं की। मंत्री को, सिटिंग कैबिनेट मिनिस्टर को मैं चाहता तो कैबिनेट मिनिस्टर को वो दिखा देता, खाद्य मंत्री को, वो जाके उसको सेट कर लेता। दुकान वाले को अभी तो उसने रिलीज नहीं किया था। मैंने खाद्य मंत्री को भी नहीं बताया, मैंने तुरंत प्रेस कॉन्फ्रेंस बुलाई, उसको, फूड मिनिस्टर को अपनी कैबिनेट से बर्खास्त किया और सीबीआई को मामला सौंप दिया। सारी ब्यूरोक्रेसी में फैल गया कि ये बड़ा गंदा आदमी है, ये छोड़ेगा नहीं। मेरे सारे मंत्रियों को, सारे एमएलए को पता चल गया ये छोड़ेगा नहीं, बड़ा खड़ूस आदमी है। कुछ भी बर्दाश्त करेंगे, भ्रष्टाचार बर्दाश्त नहीं करेंगे। ਚਰਨਜੀਤ ਚੰਨੀ ਦੀ ਜੇ ਗੱਲ ਹੋ ਰਹੀ ਹੈ, ਚਰਨਜੀਤ ਚੰਨੀ ਨੂੰ ਲੈ ਕੇ ਦੋ ਕਿਸਮ ਦਾ ਨੈਰੇਟਿਵ ਜਿਹੜਾ ਉਹ ਹੋਰ ਚੱਲ ਰਿਹਾ। ਚਰਨਜੀਤ ਚੰਨੀ ਨੇ ਤੇ ਕੁਝ ਕਾਂਗਰਸ ਲੀਡਰ ਇਹ ਗੱਲ ਕਹਿ ਰਹੇ ਨੇ ਕਿਉਂਕਿ ਦਲਿਤ ਸੀਐਮ ਬਣਿਆ ਪੰਜਾਬ ਦੇ ਵਿੱਚ ਪਹਿਲੀ ਵਾਰੀ, ਇਸ ਲਈ ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਦੂਸਰੀ ਚੀਜ਼ ਇਹਦਾ ਪੋਜ਼ਿਟਿਵ ਵੇ ਇਹ ਹੈਗਾ ਕਿ ਦਲਿਤ ਸੀਐਮ ਕਾਂਗਰਸ ਨੇ ਬਣਾ ਕੇ ਵੋਟਾਂ ਤੋਂ ਪਹਿਲਾਂ ਰਾਜਨੀਤੀ ਦੇ ਵਿੱਚ ਇੱਕ ਮਾਸਟਰ ਸਟ੍ਰੋਕ ਮਾਰ ਦਿੱਤਾ, ਜਿਹਦਾ ਤੋੜ ਹਜੇ ਤੱਕ ਦੂਸਰੀ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਮਿਲ ਰਿਹਾ। ਪੋਲੀਟੀਕਲ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਉਹ ਹੁਣ ਅਨੁਸੂਚਿਤ ਭਾਈਚਾਰੇ ਦਾ ਵੋਟ ਲਏਗੀ ਕਿੱਦਾਂ, ਇਹ ਵੀ ਸੋਚ ਰਿਹਾ ਕਿ ਇੱਕ ਆਪਣੇਪਨ ਦਾ, ਇੱਕ ਆਪਣਤ, ਇੱਕ ਅਨੁਸੂਚਿਤ ਭਾਈਚਾਰਾ ਚਰਨਜੀਤ ਚੰਨੀ ਚ ਦੇਖ ਰਿਹਾ। ये मीडिया और कांग्रेस पार्टी द्वारा फैलाया जा रहा प्रोपेगेंडा है कि दलित भाईचारा चन्नी साहब को देख के सारे उनको वोट दे रहे हैं। दलित भाईचारा, एससी भाईचारा पंजाब का कांग्रेस को वोट नहीं दे रहा। इसका मैं आपको एक इंसिडेंट बताता हूँ। अभी थोड़े दिन पहले मेरे पास एक व्यक्ति आए, एससी भाईचारे के थे। मैंने उनसे पूछा, मैंने कहा किसको वोट दोगे? बोले आम आदमी पार्टी को। मैंने कहा मेरे मुंह पे तो नहीं कह रहे, मुझे खुश करने के लिए। आम आदमी पार्टी को क्यों दोगे? चन्नी साहब एससी भाईचारे के, उनको वोट क्यों नहीं दोगे? बोले जी सारे एससी भाईचारे के अंदर इस टाइम पंजाब में गुस्सा है कि कांग्रेस झूठ बोल रही है, कांग्रेस धोखा दे रही है एससी भाईचारे को। कांग्रेस का मकसद एससी भाईचारे का सीएम बनाने का नहीं है, दिखावा करने के लिए, नाम के लिए, एससी भाईचारे के वोट लेने के लिए उन्होंने 3 महीने पहले सीएम बना दिया। अभी तक उन्होंने उसको सीएम का फेस भी डिक्लेयर नहीं करा। बोला ये चुनाव के बाद सीएम नहीं बनाने वाले इनको। फिर मैंने उनसे पूछा, मैंने कहा मान लो ये सीएम का फेस डिक्लेयर कर देते हैं चन्नी साहब को। कहते हैं जी फेस भी डिक्लेयर कर देंगे, चुनाव के बाद सीएम चन्नी साहब को बिल्कुल नहीं बनाएंगे। क्यों नहीं बनाएंगे? सुशील कुमार शिंदे का वो एग्जाम्पल दे रहा था। महाराष्ट्र के अंदर इसी कांग्रेस ने सुशील कुमार शिंदे को एससी भाईचारे का वोट लेने के लिए चुनाव के 3 महीने पहले सीएम का वो सीएम बनाया, चुनाव के बाद उनको सीएम नहीं बनाया। तो सारा एससी भाईचारा इस टाइम गुस्से में है
और कांग्रेस से बदला लेगा और कांग्रेस को इस चुनाव के अंदर झूठ बोलने के लिए मजा चखाएगा। ਮਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਹੈਲਦੀ ਡਿਬੇਟ ਹੋਣੀ ਚਾਹੀਦੀ ਪੋਲਿਟਿਕਸ ਦੇ ਵਿੱਚ, ਇਕੱਠੇ ਬੈਠਣਾ ਚਾਹੀਦਾ ਹੈ, ਪਰ ਜੋ ਦੌਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਦੌਰ ਚੱਲ ਰਿਹਾ, ਆਰੋਪ ਲੱਗ ਰਹੇ ਨੇ ਤੁਹਾਡੇ ਵਿਰੋਧੀ, ਜਿਸ ਦਿਨ ਦਾ ਤੁਹਾਡਾ ਨਾਮ ਐਲਾਨਿਆ ਗਿਆ ਸੀਐਮ ਚਿਹਰੇ ਦੇ ਲਈ, ਉਸ ਦਿਨ ਤੋਂ ਹੀ ਬਾਕੀ ਵਿਰੋਧੀ ਪਾਰਟੀਆਂ ਤੁਹਾਡੀ ਕੁਝ ਪੁਰਾਣੀ ਵੀਡੀਓਜ਼ ਕੱਢ ਕੇ ਦਿਖਾ ਰਹੀਆਂ ਨੇ ਕਿ ਇਹ ਸ਼ਰਾਬ ਪੀਂਦੇ ਸੀਗੇ, ਇਸ ਤਰ੍ਹਾਂ ਦੇ ਐਲੀਗੇਸ਼ਨਸ ਤੁਹਾਡੇ ਤੇ ਲੱਗ ਰਹੇ, ਪੁਰਾਣੀ ਵੀਡੀਓਜ਼ ਕੱਢ ਕੇ ਸਾਹਮਣੇ ਲਿਆ ਕੇ ਤੁਹਾਡੇ ਖਿਲਾਫ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ। ਦੇਖੋ ਜੀ, ਕੂੜ ਪ੍ਰਚਾਰ ਹੈ ਇਹ, ਅੱਜ ਤੋਂ ਨਹੀਂ, 11 ਸਾਲ ਤੋਂ ਮੈਂ ਰਾਜਨੀਤੀ 'ਚ 11 ਸਾਲ ਤੋਂ ਚੱਲ ਰਿਹਾ ਜੀ। ਮੈਂ ਉਸ ਤੋਂ ਬਾਅਦ 2 ਵਾਰ ਮੈਨੂੰ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਰਿਕਾਰਡ ਵੋਟਾਂ ਪਾ ਕੇ ਮੇਰੇ 'ਚ ਵਿਸ਼ਵਾਸ ਜਤਾਇਆ। ਪਾਰਲੀਮੈਂਟ ਸਭ ਤੋਂ ਵੱਧ ਬੋਲਣ ਵਾਲਿਆਂ 'ਚ ਮੇਰਾ ਨਾਮ ਹੈ। ਬਾਕੀ ਪੰਜਾਬ ਦੇ ਵਿੱਚ ਕੋਈ ਧਰਨੇ ਜਾਂ ਰੈਲੀਆਂ ਕਰਨ ਵਾਲਿਆਂ 'ਚ ਸਭ ਤੋਂ ਵੱਧ ਮੇਰਾ ਨਾਮ ਹੈ। ਇਹਨਾਂ ਕੋਲ ਕੁਝ ਹੈ ਹੀ ਨਹੀਂ, ਹੋਰ ਕਰ ਲੋ, ਕਹਿੰਦੇ ਕੀ ਕਰਨਾ। और दूसरी बात है, भगवंत जैसा भी है, भगवंत नशा नहीं बेचता, भगवंत रेता चोरी नहीं करता, भगवंत पंजाब को नहीं लूटता, 7 साल से एमपी है। एक बता दो, आप तो बड़े पत्रकार हैं, एक आरोप भ्रष्टाचार का अगर भगवंत मान पे लगाओ तो कट्टर ईमानदार है। जब से इनको हमने सीएम चेहरा डिक्लेयर किया है, सुखबीर बादल ने 50 लोगों की टीम बनाई है कि कुछ निकालो इसके खिलाफ, कुछ निकालो इनके खिलाफ। चन्नी साहब ने 50 लोगों की टीम बनाई, कुछ निकालो इसके खिलाफ, कुछ नहीं मिला। 3 वीडियो मिले, पीटीसी चला रहा है तब से वो 3 वीडियो, कुछ नहीं मिला। तो सुखबीर बादल ने भी सर्टिफिकेट दिया है कि पंजाब में कट्टर ईमानदार है भगवंत मान, पर चन्नी साहब ने भी सर्टिफिकेट दिया है कि कट्टर ईमानदार। आज पंजाब को ऐसा ही कट्टर ईमानदार सीएम चाहिए। ਪਰ ਕੇਜਰੀਵਾਲ ਸਾਹਿਬ, ਕੱਟਰ ਇਮਾਨਦਾਰ ਸੀਐਮ ਕੈਂਡੀਡੇਟ ਅਨਾਉਂਸ ਕਰਨ ਦੇ ਵਿੱਚ ਭਗਵੰਤ ਮਾਨ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ ਕਿ ਚੈੱਕ ਕਰਦੇ ਰਹੇ ਤੁਸੀਂ? ਅਸੀਂ ਵੀ ਪ੍ਰੈਸ ਕਾਨਫਰੰਸ 'ਚ ਤੁਹਾਨੂੰ ਬਾਰ-ਬਾਰ ਸਵਾਲ ਕਰਦੇ ਸੀਗੇ ਕਿ ਸੀਐਮ ਕੈਂਡੀਡੇਟ ਕੌਣ ਹੈ, ਆਖਿਰ ਭਗਵੰਤ ਮਾਨ ਨੂੰ ਹੀ ਅਨਾਉਂਸ ਕਰਨਾ ਸੀ ਤੇ ਇੰਨਾ ਸਮਾਂ ਕਿਉਂ ਲੱਗਾ? मैंने पहले भी आपको बताया था, स्ट्रैटेजी के तहत किसी भी पार्टी के लिए सबसे बड़ा ऐलान होता है। अगर आप ऐलान सीएम चेहरे का जल्दी कर दो और उसके बाद चुनाव नीचे आ जाए, फिर चुनाव उठाना मुश्किल हो जाता है। सीएम चेहरे के ऐलान के बाद चुनाव केवल ऊपर जाना चाहिए, इसीलिए बहुत जल्दी ये वाला डिसीजन ऐलान नहीं कर सकते हम। मैंने बार बार यही बोला था, हम करेंगे ऐलान, पक्का करेंगे, लेकिन चुनाव के काफी क्लोज आके करेंगे। ਤੁਸੀਂ ਅਕਸਰ ਇਹਨਾਂ ਨੂੰ ਆਪਣਾ ਛੋਟਾ ਵੀਰ ਦੱਸਦੇ ਆ ਰਹੇ ਹੋ, 2013-14 ਤੋਂ ਤੁਸੀਂ ਇਕੱਠੇ ਹੋ, ਤੁਹਾਡੀ ਸਾਂਝ ਹੈ। ਕੇਜਰੀਵਾਲ ਅੱਜ ਦੱਸਣ ਕਿ ਉਹਨਾਂ ਦੇ ਛੋਟੇ ਵੀਰ ਦੀਆਂ 2 ਕੁਆਲਿਟੀਆਂ ਜਿਹੜੀਆਂ ਤੁਹਾਨੂੰ ਬਹੁਤ ਪਸੰਦ ਨੇ, ਇੱਕ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਨਹੀਂ ਵੀ ਪਸੰਦ ਆਉਂਦੀ ਹੋਏਗੀ, ਔਰ ਬਤੌਰ ਤੁਸੀਂ ਵੱਡੇ ਭਰਾ ਛੋਟੇ ਭਰਾ ਨੂੰ ਡਾਂਟਦੇ ਵੀ ਹੋਗੇ ਜਾਂ ਛੋਟੇ ਭਰਾ ਨੂੰ ਠੀਕ ਕਰਨ ਲਈ ਵੀ ਕਹਿੰਦੇ ਹੋਗੇ। 3 ਚੀਜ਼ਾਂ मैं आज सुनना चाहता है। तो सबसे पहली चीज तो ये कि जैसा मैंने कहा, कट्टर ईमानदार आदमी है। मतलब ये एक ऐसी चीज है जो हमारे भी, हम पार्टी में भी जब डिस्कस करते हैं तो हमारे भी दिल को छू जाती है। आज भी किराए के मकान में रहता है। आप पंजाब का कोई एमएलए पकड़ लो, ये तो एमपी है, इसका तो ओहदा बड़ा है। एमएलए भी पकड़ लो, एमएलए बनने के बाद उसके धुरी से जहाँ से ये चुनाव लड़ रहे हैं, इनका जो विरोधी है उसके ऊपर पता नहीं क्या क्या ये भी हो गया, उसके बाद वो भी बड़ा बन गए, तो उनके महल बन जाते हैं, गाड़ियां आ जाती हैं उनके, इसके पास कुछ भी नहीं है। आज पंजाब को ऐसा ही शख्स चाहिए। और दूसरी इनकी खूबी ये है कि पंजाब इनके दिल में बसता है, पंजाब के लिए कुछ भी कर सकते हैं। और जहां तक इनकी कमियों का सवाल है, वो मेरे और इनके बीच की बात है, वो हम प्राइवेट में ठीक कर लेंगे। ਮਾਨ ਸਾਹਿਬ, ਤੁਸੀਂ ਦੱਸ ਦਿਓ ਕਿ ਕਿਹੜੀ ਚੀਜ਼ ਤੇ ਤੁਹਾਨੂੰ ਜ਼ਿਆਦਾ ਵੱਡੇ ਭਰਾ ਕੋਲੋਂ ਡਾਂਟ ਪੈਂਦੀ? ਮੈਨੂੰ ਮੇਰੇ ਵੱਡੇ ਭਰਾ ਕੋਲੋਂ ਡਾਂਟ ਪੈਂਦੀ। ਅਕਸਰ ਇਹ ਤਾਂ ਰਿਵਾਜ ਹੁੰਦਾ ਕਿ ਵੱਡਾ ਭਰਾ ਡਾਂਟਦਾ ਰਹਿੰਦਾ ਹੈ, ਜਾਂ ਤੁਸੀਂ ਜ਼ਿਕਰ ਕਰਦੇ ਹੋ ਇਸ ਗੱਲ ਦਾ? ਨਹੀਂ, ਕਈ ਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਵੇਲੇ ਮੈਂ ਇਹਨਾਂ ਤੋਂ ਪੁੱਛਦਾ, ਪਰ ਮੈਨੂੰ ਦੱਸਦੇ ਨੇ ਕਿ ਆਪਾਂ ਇਹਨੂੰ ਇੱਦਾਂ ਲਾਈਏ, ਆਪਾਂ ਪੰਜਾਬ ਵਾਸਤੇ ਕਰਨਾ ਹੀ ਕਰਨਾ ਇਹ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ। ਕਈ ਵਾਰੀ ਟਿਕਟਾਂ ਦੀ ਡਿਸਕਸ਼ਨ 'ਚ ਜਿਹੜੀ ਹੈ ਉਹ 'ਚ ਮੈਂ ਕਹਿ ਦੇਣਾ, ਸਰ ਇਹਦੇ ਬਾਰੇ ਸੋਚ ਲਈਏ। ਕਹਿੰਦੇ ਨਹੀਂ ਯਾਰ, ਆਪਾਂ ਆਹ ਦੇਖ ਲਈਏ। ਕਹਿੰਦੇ ਚਲੋ ਠੀਕ ਹੈ, ਰੋਕ ਲੈਂਦੇ ਹਾਂ, ਇਹਨੂੰ ਥੋੜ੍ਹਾ ਜਿਹਾ ਆਪਾਂ ਹੋਰ ਚੈੱਕ ਕਰਾ ਲਿਆ। ਤਾਂ ਸਾਡੇ ਕਲੈਕਟਿਵ ਡਿਸੀਜ਼ਨ ਨੇ, ਸਾਡੇ 'ਚ ਕੋਈ ਵੀਟੋ ਪਾਵਰ ਨਹੀਂ ਹੈਗੀ ਕਿ ਜਿਵੇਂ। ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹਨਾਂ ਦੇ ਵਿੱਚ ਇਹ ਲੱਗਦੀ ਹੈ ਕਿ ਇਹ ਕਾਂਗਰਸ ਦੀ ਹਾਈ ਕਮਾਂਡ ਵਾਂਗੂ ਨਹੀਂ ਹੈਗੇ ਕਿ ਅੱਜ ਚੰਨੀ ਨੂੰ ਤਲਬ ਕੀਤਾ, ਅੱਜ ਸਿੱਧੂ ਨੂੰ ਦਿੱਲੀ ਨੇ ਤਲਬ ਕੀਤਾ, ਉੱਥੇ ਬੈਠੇ ਰਹਿੰਦੇ ਨੇ। ਉਹ ਇਹਨਾਂ ਨੇ ਮੈਨੂੰ ਕਦੇ ਤਲਬ ਨਹੀਂ ਕੀਤਾ, ਆਪ ਆ ਜਾਂਦੇ ਨੇ ਪੰਜਾਬ 'ਚ। ਪਰ ਇਹੀ ਇਲਜ਼ਾਮ ਵੀ ਹੈਗਾ ਕੇਜਰੀਵਾਲ ਸਾਹਿਬ ਤੁਹਾਡੇ ਤੇ। ਤੁਹਾਡੇ ਬਹੁਤ ਸਾਰੇ ਲੀਡਰ ਜਿਹੜੇ ਛੱਡ ਕੇ ਗਏ, ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਹਾਈ ਕਮਾਂਡ ਕਲਚਰ ਭਾਰੂ ਹੋ ਰਿਹਾ। ਇਹ ਬਹੁਤ ਵਾਰੀ ਇਹ ਨੈਰੇਟਿਵ ਵੀ ਬਣਿਆ ਪੰਜਾਬ ਦੇ ਵਿੱਚ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ
ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਐਮ ਜਿਹੜੇ ਉਹ ਡਮੀ ਸੀਐਮ ਹੋਣਗੇ, ਰਬੜ ਸਟੈਂਪ ਹੋਣਗੇ, ਕੇਜਰੀਵਾਲ ਤੇ ਦਿੱਲੀ बैठ के सरकार चलाओगे पंजाब की? देखो जी, अभी जब कैप्टन साहब सीएम थे, कैप्टन साहब दिल्ली जाते थे, उनको दिल्ली तलब किया जाता था और 4-4 दिन बैठ के आ जाते थे। सोनिया गांधी जी उनको मिलने का टाइम नहीं देती थी, वो वापस आ जाते थे। ये कैप्टन साहब की बेइज्जती नहीं थी, पूरे पंजाब की बेइज्जती करती थी कांग्रेस। 3 करोड़ पंजाबियों की बेइज्जती होती है ये। आज चन्नी साहब दिन में 3-3 बार दिल्ली जाते हैं। 90% उनका टाइम दिल्ली में उन गांधी परिवार के वेटिंग रूम में बीतता है। सिद्धू साहब 90% टाइम उनका दिल्ली बीतता है। सारी कैबिनेट दिल्ली में बैठी रहती है। इसको बंद करेंगे। हमारे पंजाब दे मुख्यमंत्री डिसीजन पंजाब में होंगे। पंजाब के डिसीजन पंजाब के पिंड में होंगे, पंजाब के सेक्रेटेरिएट में भी नहीं होंगे। पंजाब के पिंडों में पंजाब के डिसीजन होंगे, पंजाब के मोहल्ले में पंजाब के डिसीजन होंगे। पंजाब का पिंड आके भगवंत मान को कहेगा हमें स्कूल चाहिए तो स्कूल बनेगा। भगवंत मान को दिल्ली पूछने की जरूरत नहीं है इस पिंड में स्कूल बना दूं। अगर वहां के, हाँ ये जरूर है, हमने दिल्ली में स्कूल अच्छे करे, पंजाब की सरकार उनसे सीख के पंजाब के स्कूल भी अच्छे करेगी। हमने दिल्ली में अस्पताल अच्छे करे, ये सीख के दिल्ली के अस्पताल, पंजाब के अस्पताल भी ठीक करेंगे। पंजाब में खेती है, दिल्ली में ज्यादा खेती नहीं है, ये यहाँ के किसानों के साथ बैठ के भगवंत मान यहाँ की खेती ठीक करेंगे। पंजाब में इंडस्ट्री है, दिल्ली में ज्यादा इंडस्ट्री नहीं है, पंजाब के सीएम पंजाब के इंडस्ट्रियलिस्ट के साथ बैठ के, तो जैसे दिल्ली का मॉडल अभी पूरे देश में फेमस है, पंजाब का ऐसा मॉडल बनाएंगे भगवंत मान जो पूरी दुनिया में फेमस होगा। सीएम साहब मैं ਤੁਹਾਨੂੰ ਟੋਕ ਰਿਹਾ, ਤੁਸੀਂ ਕਿਹਾ ਵੀ ਦਿੱਲੀ 'ਚ ਖੇਤੀ ਨਹੀਂ ਹੈਗੀ, ਜ਼ਿਆਦਾ ਖੇਤੀ ਨਹੀਂ ਹੈ, ਥੋੜ੍ਹਾ ਜ਼ਿਆਦਾਤਰ ਬਹੁਤ ਥੋੜੀ ਖੇਤੀ ਹੈ ਪੰਜਾਬ ਦੇ ਮੁਕਾਬਲੇ, ਪਰ ਪੰਜਾਬ ਦੀ ਜਿਹੜੀ ਇਕਨੋਮੀ ਦੀ ਰੀੜ ਹੈ ਉਹ ਖੇਤੀ ਹੈਗੀ ਹੈ। ਪੰਜਾਬ ਦਾ ਸੱਤਾ ਦਾ ਰਸਤਾ ਵੀ ਜਿਹੜਾ ਪੰਜਾਬ ਦੇ ਖੇਤਾਂ 'ਚ ਹੋ ਕੇ ਜਾਂਦਾ। ਪੰਜਾਬ ਦੀ ਐਗਰੀਕਲਚਰ ਦੇ ਲਈ ਤੁਹਾਡੇ ਕੋਲੇ ਮਾਡਲ ਕੀ ਹੈਗਾ? ਕਿਉਂਕਿ ਦਿੱਲੀ 'ਚ ਐਗਰੀਕਲਚਰ ਇੰਨਾ ਨਹੀਂ ਹੈ, ਕਿਉਂਕਿ ਇੱਕ ਐਗਰੀਕਲਚਰ ਲਈ ਮਾਡਲ ਨਵਜੋਤ ਸਿੱਧੂ ਵੀ ਦਿੰਦੇ ਨੇ, ਉਹ ਕਹਿੰਦੇ ਨੇ ਕ੍ਰੌਪ ਡਾਇਵਰਸਿਫਿਕੇਸ਼ਨ ਬਦਲ ਹੈਗਾ। ਪ੍ਰੋਸੈਸਿੰਗ ਪੰਜਾਬ ਦੇ ਵਿੱਚ ਜੇ ਹੋਵੇ ਤੇ ਉਹ ਪੰਜਾਬ ਦੀ ਐਗਰੀਰੀਅਨ ਇਕਨੋਮੀ ਨੂੰ ਬੂਸਟ ਕਰ ਸਕਦੀ ਹੈ। ਤੁਹਾਡੇ ਕੋਲ ਕੀ ਮਾਡਲ ਹੈ? ਦੇਖੋ ਦੋ ਚੀਜ਼ਾਂ ਨੇ, ਇੱਕ ਤਾਂ ਪੰਜਾਬ ਦੀ ਜਿਹੜੀ ਖੇਤੀ ਹੈ ਉਹ ਇਸ ਵਕਤ ਮਜਬੂਰੀ ਦਾ ਧੰਦਾ ਹੈ, ਲਾਹੇਵੰਦ ਧੰਦਾ ਨਹੀਂ ਹੈਗਾ, ਘਾਟੇ ਦਾ ਸੌਦਾ ਕਹਿੰਦੇ ਆਪਾਂ। ਖੁਦਕੁਸ਼ੀਆਂ ਚੱਲ ਰਹੀਆਂ ਨੇ। ਨਵੇਂ ਟਰੈਕਟਰ, ਜਿਹੜੇ ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਨਾ, ਮੋਗੇ ਸਭ ਤੋਂ ਵੱਡੀ ਲੱਗਦੀ ਹੈ, ਹਰੇਕ ਮਹੀਨੇ ਦੀ 5 ਤਰੀਕ ਨੂੰ ਸ਼ਾਇਦ ਪੰਜਾਬ 'ਚ ਨਵੇਂ ਟਰੈਕਟਰ ਵਿਕਣ ਆਉਂਦੇ ਨੇ ਮੰਡੀ 'ਚ, ਬਿਲਕੁਲ ਨਵੇਂ, 5 ਦਿਨ ਪਹਿਲਾਂ, ਜਿਨ੍ਹਾਂ ਨੂੰ ਸ਼ੋਰੂਮ 'ਚ ਲਿਆਂਦਾ ਜਾਂਦਾ। ਉਹਦਾ ਕੀ ਕਾਰਨ ਹੈ? ਅਸਲ 'ਚ ਉਹ ਟਰੈਕਟਰ ਨਹੀਂ ਵਿਕਣ ਆ ਰਹੇ, ਕਿਸਾਨ ਆਪਣੇ ਆਪ ਨੂੰ ਵੇਚਣ ਆ ਰਿਹਾ। ਕਰਜ਼ਾ ਚੜ ਗਿਆ, ਆੜਤੀਆ ਪੈਸੇ ਨਹੀਂ ਦੇ ਰਿਹਾ, ਕਹਿੰਦਾ ਤੇਤੋਂ ਪਹਿਲਾਂ ਵਾਲੇ ਨਹੀਂ ਲਏ, ਧੀ ਦਾ ਵਿਆਹ ਆ ਗਿਆ, ਕੀ ਕਰੀਏ ਫਿਰ? ਹੁਣ ਪੈਸੇ ਕਿੱਥੋਂ ਆਉਣਗੇ? ਤਰੀਕਾ ਕੱਢ ਲਿਆ ਕਿ ਜ਼ਮੀਨ ਦੇ ਨੰਬਰ ਦੇ ਕੇ ਵੱਡਾ ਟਰੈਕਟਰ ਲੈ ਲਓ, 8-10 ਲੱਖ ਰੁਪਏ ਵਾਲਾ ਜ਼ਮੀਨ ਦੇ ਨੰਬਰ ਦੇ ਕੇ ਟਰੈਕਟਰ ਲੈ ਲਓ, 6 ਮਹੀਨੇ ਬਾਅਦ ਉਹਦੀ ਕਿਸ਼ਤ ਆਊਗੀ। ਉਦੋਂ ਪਹਿਲਾਂ ਉਹਨੂੰ 5-7 ਦਿਨਾਂ ਬਾਅਦ ਕਿਸੇ ਮੰਡੀ ਦੇ ਵਿੱਚ ਨਗਦ ਲੱਖ ਰੁਪਇਆ ਘਾਟਾ ਪਾ ਕੇ ਵੇਚ ਦਿਓ, 6-7 ਲੱਖ ਰੁਪਇਆ ਆ ਗਿਆ, ਕੁੜੀ ਦਾ ਵਿਆਹ ਕਰਤਾ, ਬਾਕੀ ਕਿਸ਼ਤਾਂ ਭਰਦੇ ਰਵਾਂਗੇ। ਆਹ ਹਾਲਤ ਹੈ। ਸ਼ਾਇਦ ਸੁਖਬੀਰ ਬਾਦਲ ਜਾਂ ਨਵਜੋਤ ਸਿੱਧੂ, ਜੇ ਉਹ ਹੈਲੀਕਾਪਟਰ ਤੋਂ ਵੀ ਲੰਘਦੇ ਨੇ, ਉਹ ਸ਼ਾਇਦ ਇਸ ਗੱਲ ਨੂੰ ਤਰੱਕੀ ਸਮਝਦੇ ਹੋਣ ਕਿ ਦੇਖੋ ਪੰਜਾਬ ਦੇ ਵਿੱਚ ਕਿੰਨੇ ਟਰੈਕਟਰ ਹੋ ਗਏ, ਕਿੰਨੇ ਇਕੱਠੇ ਟਰੈਕਟਰ ਖੜੇ ਨੇ ਹੈਲੀਕਾਪਟਰ 'ਚ। ਉਹਨਾਂ ਨੂੰ ਇਹ ਨਹੀਂ ਪਤਾ ਕਿ ਟਰੈਕਟਰ ਵਿਕਣੀ ਹੈ, ਕਿਸਾਨ ਵਿਕਣਾ ਹੈ। ਔਰ ਜਿਹੜੀਆਂ ਕੋਆਪਰੇਟ ਸੁਸਾਇਟੀਆਂ ਉਹਨਾਂ ਨੂੰ ਜਿਉਂਦਾ ਕਰਾਂਗੇ, ਔਰ ਨਵੇਂ ਤੋਂ ਨਵੇਂ ਤਰੀਕੇ ਮਾਡਰਨ ਖੇਤੀ ਦੇ ਉਹ ਲੱਭਾਂਗੇ। ਪੀਏਯੂ ਨੂੰ ਜਿਉਂਦੀ ਕਰਾਂਗੇ। ਪੀਏਯੂ ਦਾ ਆਪਣਾ ਨਰਮਾ ਮਰ ਜਾਂਦਾ ਜੀ, ਉਹਨਾਂ ਨੇ ਨਵੇਂ ਬੀਜਾਂ ਦੀ ਖੋਜ ਕਿੱਥੋਂ ਕਰਨੀ ਹੈ? ਤਨਖਾਹਾਂ ਨਹੀਂ ਦਿੱਤੀ ਜਾਂਦੀ ਉਹਨਾਂ ਤੋਂ। ਸਪੈਸ਼ਲਿਸਟ ਖੇਤੀ ਦੇ ਸਾਡੇ ਕੋਲੇ ਬਹੁਤ ਬੈਠੇ ਨੇ, ਉਹਨਾਂ ਨਾਲ ਬੈਠ ਕੇ ਪ੍ਰੋਡਕਸ਼ਨ ਕਾਸਟ ਘਟਾਵਾਂਗੇ। ਔਰ ਫਸਲਾਂ ਦਾ ਬਦਲਾਅ ਜ਼ਰੂਰੀ ਹੈ। ਜੇ ਇੱਕ ਕਿਸਾਨ ਨੂੰ ਇਹ ਸ਼ੋਰਟੀ ਹੋ ਜੇ ਕਿ 5 ਏਕੜ ਜੀਰੀ ਚੋਂ ਮੈਨੂੰ, ਝੋਨੇ ਚੋਂ ਮੈਨੂੰ ਜਿੰਨੇ ਪੈਸੇ ਬਚਦੇ ਨੇ, ਉਨੀ ਮੈਨੂੰ 5 ਏਕੜ ਬਾਜਰਾ ਜਾਂ ਮੱਕੀ ਬੀਜ ਕੇ ਬਚਣ ਲੱਗ ਗਏ, ਤਾਂ ਉਹ ਨਹੀਂ ਝੋਨਾ ਲਾਊਗਾ, ਨਾਲੇ ਤਾਂ ਥੱਲੇ ਵਾਲਾ ਪਾਣੀ ਬਚੂਗਾ, ਨਾਲੇ ਕਿਸਾਨ ਬਚੂਗਾ। ਸਾਰੀਆਂ ਸਾਡੇ ਰੋਡ ਮੈਪ ਬਣਾਏ ਪਏ ਨੇ। ਇੱਕ ਸਵਾਲ, ਜਿਸ ਤਰ੍ਹਾਂ ਦਿੱਲੀ ਮਾਡਲ ਦੇ ਵਿੱਚ ਸਭ ਤੋਂ ਵੱਧ ਪ੍ਰਚਾਰ ਸਰਕਾਰੀ ਸਕੂਲਾਂ ਨੂੰ ਲੈ ਕੇ ਹੁੰਦਾ, ਮੈਂ ਦੋਵਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਕਲਚਰ ਵੀ ਬਹੁਤ ਜ਼ਿਆਦਾ ਹੈ। ਪੇਰੈਂਟਸ ਕਹਿੰਦੇ ਨੇ ਕਿ ਪਿੰਡਾਂ ਤੋਂ ਵੀ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੁੰਦੇ ਨੇ, ਪ੍ਰਾਈਵੇਟ ਸਕੂਲ ਭੇਜੇ ਜਾਂਦੇ ਨੇ। ਤੁਸੀਂ ਕਹਿੰਦੇ ਹੋ ਕਿ ਆਪਾਂ ਸਰਕਾਰੀ ਸਕੂਲ ਠੀਕ ਕਰਾਂਗੇ, ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ
ਅੰਦਾਜ਼ਾ ਨੂੰ ਟਾਈਮ ਲੱਗੇਗਾ 2 ਤੋਂ 2.5 ਸਾਲ 3 ਸਾਲ ਸਕੂਲਾਂ ਨੂੰ ਠੀਕ ਕਰਨ 'ਚ ਵੀ ਲੱਗ ਸਕਦੇ ਨੇ। ਫਿਰ ਜਿਹੜੇ ਬੱਚੇ 5ਵੀਂ 6ਵੀਂ 7ਵੀਂ 8ਵੀਂ 'ਚ ਨੇ ਹੋ ਸਕਦਾ ਉਹਨਾਂ ਦਾ ਸਕੂਲ ਵੀ ਉਦੋਂ ਖਤਮ ਹੋ ਜਾਏ। ਜਿਹੜੀ ਸਭ ਤੋਂ ਵੱਧ ਇੱਥੇ ਪ੍ਰੋਬਲਮ ਐਜੂਕੇਸ਼ਨ ਨੂੰ ਲੈ ਕੇ ਆਉਂਦੀ ਹੈ, ਧਰਨੇ ਲੱਗਦੇ ਨੇ ਪੇਰੈਂਟਸ ਦੇ ਕਿ ਫੀਸਾਂ ਦੇ ਵਿੱਚ ਕੋਈ ਰੈਗੂਲੇਟਰੀ ਹੈ ਨਹੀਂ ਗੀ। ਕਈ ਰੈਗੂਲੇਟਰੀਜ਼ ਬਣੀਆਂ, ਕਈ ਵਾਰ ਫੈਸਲੇ ਆਏ, ਫੀਸਾਂ ਤੇ ਕੋਈ ਨਕੇਲ ਨਹੀਂ ਕੱਸੀ ਗਈ। ਸਕੂਲਾਂ ਵਾਲੇ ਆਰੋਪ ਲੱਗਦਾ ਹੈ ਕਿ ਆਪਣੀ ਮਰਜ਼ੀ ਨਾਲ ਫੀਸਾਂ ਵੀ ਵਧਾ ਦਿੰਦੇ ਨੇ। ਉਹਨੂੰ ਲੈ ਕੇ ਤੁਹਾਡਾ ਕੀ ਰੋਡ ਮੈਪ हैगा? दिल्ली में जब से हमारी सरकार बनी है, प्राइवेट स्कूल वालों को फीस नहीं बढ़ने दी। वही चीज यहाँ पे लागू हो क्योंकि जाएगी। फीस क्यों बढ़ाते हैं? ये स्कूल वालों की सरकारों से, प्राइवेट स्कूल वाले बड़े पावरफुल होते हैं, बड़े पावरफुल होते हैं। तो उन्होंने ना कोटा बांध रखा होता है हर स्कूल में। मुख्यमंत्री के 10 बच्चों का कोटा, तो मुख्यमंत्री की सिफारिश से 10 बच्चे एंट्री होती है, फलाने के इतने बच्चों का, एजुकेशन मिनिस्ट्री के इतने बच्चों का, एमएलए के इतने बच्चों का। आज तक मैं दिल्ली का मुख्यमंत्री हूँ। मेरे बेटे ने, मेरा बेटा जब मैं पहले मुख्यमंत्री नहीं बना था, नोएडा के एक स्कूल में पढ़ता था। दिल्ली का सीएम बनने के बाद भी मैंने उसको नोएडा के स्कूल से दिल्ली के स्कूल में नहीं भेजा। मैं सीएम बनने के बाद चाहता तो दिल्ली के किसी भी स्कूल पे उंगली रख देता, वो बड़ी खुशी खुशी दिल्ली के सीएम के बेटे को एडमिशन दे देता। लेकिन अगर दिल्ली के सीएम का बेटा वहाँ सिफारिश से जाता तो अगली बार जब वो फीस बढ़ाता तो मेरे में हिम्मत नहीं होती ये कहने की कि फीस नहीं बढ़ानी। मैंने आज तक 7 साल में दिल्ली के किसी भी स्कूल के अंदर एक भी बच्चे के एडमिशन की सिफारिश नहीं करी। इसीलिए मेरे में हिम्मत है ये कहने की कि कोई दिल्ली का स्कूल फीस नहीं बढ़ाएगा। पंजाब के अंदर भी किसी भी प्राइवेट स्कूल को अनाप शनाप तरीके से, इलीगल तरीके से बिल्कुल फीस नहीं बढ़ाने दी जाएगी, क्योंकि हमारी सरकार की किसी स्कूल वाले के साथ कोई सेटिंग नहीं होगी। ਕੇਜਰੀਵਾਲ ਸਾਹਿਬ, ਪਿਛਲੇ ਇਲੈਕਸ਼ਨਸ ਦੇ ਵਿੱਚ ਅਸੀਂ ਤੁਹਾਡੀ ਸਾਰੀ ਕੈਂਪੇਨ ਦੇਖੀ, ਗਰਾਊਂਡ ਤੋਂ ਵੀ ਕਵਰ ਕੀਤੀ। ਉਸ ਸਮੇਂ ਡਰੱਗਸ ਤੇ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਸੀਗਾ ਔਰ ਉਹਨੂੰ ਇੰਨਾ ਵੱਡਾ ਕੀਤਾ ਆਮ ਆਦਮੀ ਪਾਰਟੀ ਨੇ। ਇਸ ਵਾਰੀ ਕੀ ਡਰੱਗਸ ਤੇ ਬੇਅਦਬੀ ਉਹਨਾਂ ਵੱਡਾ ਮੁੱਦਾ ਹੈਗਾ ਤੁਹਾਨੂੰ ਲੱਗ ਰਿਹਾ ਇਲੈਕਸ਼ਨਸ ਦੇ ਵਿੱਚ? ਦੂਸਰੀ ਚੀਜ਼, ਦੋਨਾਂ ਦਾ ਜਵਾਬ ਦਿਓ। ਦੂਸਰੀ ਚੀਜ਼, ਅਰਵਿੰਦ ਕੇਜਰੀਵਾਲ ਨੇ ਉਹ ਸਾਰਾ ਨੈਰੇਟਿਵ ਖੜਾ ਕਰਨ ਦੇ ਵਿੱਚ ਬਹੁਤ એનર્ਜੀ ਲਾਈ ਸੀਗੀ। ਇਸ ਵਾਰੀ ਉਹ ਨੈਰੇਟਿਵ ਉਸ ਲੈਵਲ ਤੇ ਆਮ ਆਦਮੀ ਪਾਰਟੀ ਖੜਾ ਨਹੀਂ ਕਰ ਰਹੀ ਹੈ। ਤੁਸੀਂ ਸ਼ਿਫਟ ਕਰ ਲਿਆ ਪੰਜਾਬ ਮਾਡਲ ਤੇ, ਡਿਵੈਲਪਮੈਂਟ ਤੇ। ਆਮ ਤੌਰ ਤੇ ਡਿਵੈਲਪਮੈਂਟ ਦੀ ਗੱਲ ਇੰਨੀ ਹੁੰਦੀ ਨਹੀਂ ਇਲੈਕਸ਼ਨਸ ਦੇ ਵਿੱਚ, ਕਿਹਾ ਜਾਂਦਾ ਕਿ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਨਹੀਂ ਪੈਂਦੀਆਂ। ਇਹ ਬਦਲਾਵ ਕਿਉਂ, ਔਰ ਤੁਹਾਨੂੰ ਲੱਗ ਰਿਹਾ ਕਿ ਇਸ ਵਾਰੀ ਇਹ ਮੁੱਦਾ ਉਹਨਾਂ ਅਸਰਦਾਰ ਹੈਗਾ ਪੰਜਾਬ ਦੀਆਂ ਚੋਣਾਂ ਦੇ ਵਿੱਚ? ਦੇਖੋ ਪਮਿਲ ਜੀ, ਜੇ 2015 ਦੀ ਜਿਹੜੀ ਬਰਗਾੜੀ ਕਾਂਡ ਹੋਇਆ ਸੀ, ਬੇਅਦਬੀ ਹੋਈ ਸੀ, ਪੂਰੀ ਦੁਨੀਆ 'ਚ ਲੱਖਾਂ ਕਰੋੜਾਂ ਹਿਰਦੇ ਵਲੂੰਦਰੇ ਗਏ। ਜੇ ਉਹਨਾਂ ਦੇ ਮਾਸਟਰਮਾਈਂਡ ਤੇ ਉਹਨਾਂ ਦੇ ਦੋਸ਼ੀਆਂ ਨੂੰ ਫੜ ਕੇ ਮਿਸਾਲੀ ਸਜ਼ਾ ਦੇ ਦਿੱਤੀ ਜਾਂਦੀ ਤਾਂ ਸ਼ਾਇਦ ਕਿਸੇ ਦੀ ਹਿੰਮਤ ਨਾ ਪੈਂਦੀ ਕਿ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜੰਗਲਾ ਟੱਪ ਕੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ। ਕਿਉਂਕਿ ਸਜ਼ਾ ਹੀ ਨਹੀਂ ਮਿਲੀ ਕਿਸੇ ਵੀ ਬੇਅਦਬੀ 'ਚ, ਤਾਂ ਫਿਰ ਹੌਸਲੇਬਾਜ਼ ਨੇ ਉਹਨਾਂ ਦਾ ਕੀ ਹੋ ਗਿਆ, ਮੇਰਾ ਕੀ ਕਰ ਲੈਣਗੇ। ਠੀਕ ਹੈ ਜੀ। ਨੰਬਰ 2, ਤੁਸੀਂ ਨਸ਼ਿਆਂ ਦੀ ਗੱਲ, ਅੱਜ ਵੀ ਨਸ਼ੇ ਬਹੁਤ ਵੱਡਾ ਮੁੱਦਾ ਨੇ। ਅੱਜ ਵੀ ਟੀਕਾ ਅੱਧਾ ਲੱਗਿਆ ਪਿਆ ਹੁੰਦਾ ਨਸ ਦੇ ਵਿੱਚ, ਅੱਧਾ ਟੀਕੇ ਦੇ ਵਿੱਚ ਹੁੰਦਾ, ਅੱਧਾ ਲੱਗਿਆ ਹੁੰਦਾ। ਜਿਹੜਾ ਨੌਜਵਾਨ ਮੁੰਡਾ ਹੈ ਉਹ ਡੈਡ ਬੋਡੀ ਪਈ ਹੁੰਦੀ ਹੈ ਉਹਦੀ। ਤੇ ਹੁਣ ਕੀ ਕਰਦੇ ਨੇ, 5 ਗ੍ਰਾਮ 10 ਗ੍ਰਾਮ ਵਾਲੇ ਨੂੰ ਫੜ ਕੇ ਅੰਦਰ ਦੇ ਦਿੰਦੇ ਨੇ। ਕਹਿੰਦੇ ਜੀ ਅਸੀਂ ਇੰਨੇ ਹਜ਼ਾਰ ਤਸਕਰ ਅੰਦਰ ਦੇਤੇ। ਉਹ ਤਸਕਰ ਥੋੜੀ ਨੇ, ਉਹ ਤਾਂ ਐਡਿਕਟਡ ਨੇ ਜੀ, ਉਹ ਤਾਂ ਮਰੀਜ਼ ਨੇ, ਪੇਸ਼ੈਂਟ ਨੇ। ਉਹਨਾਂ ਨੂੰ ਤਾਂ ਰੀਹੈਬ ਸੈਂਟਰਾਂ 'ਚ ਲੈ ਕੇ ਜਾਓ, ਉਹਨਾਂ ਨੂੰ ਠੀਕ ਕਰਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਾਜ ਦਾ ਹਿੱਸਾ ਬਣਾਓ, ਉਹਨਾਂ ਨੂੰ ਕੰਮ ਦਿਓ ਤਾਂ ਕਿ ਦੁਬਾਰੇ ਉੱਧਰ ਨਾ ਜਾਣ। ਵਿਹਲਾ ਮਨ ਸ਼ੈਤਾਨੀ ਦਾ ਘਰ। ਸੋ ਜੋ ਸਾਡੀ ਸਰਕਾਰ ਆਊਗੀ, ਮਜ਼ਬੂਤ ਸਰਕਾਰ ਆਊਗੀ, ਤਾਂ ਅਸੀਂ ਇਸ ਤਰੀਕੇ ਨਾਲ ਇਹ ਜਿਹੜਾ ਪੰਜਾਬ ਦੇ ਨਾਂ ਤੇ ਕਲੰਕ ਲੱਗਿਆ ਉਹਨੂੰ ਧੋਵਾਂਗੇ ਔਰ ਪੰਜਾਬ ਦੁਬਾਰਾ ਫੇਰ ਰੰਗਲਾ ਪੰਜਾਬ ਬਣਾਉਣ ਦਾ ਸਾਡਾ ਸੁਪਨਾ ਪੂਰਾ ਹੋਊਗਾ। ਮਾਨ ਸਾਹਿਬ, ਤੁਸੀਂ ਮਜ਼ਬੂਤ ਸਰਕਾਰ ਦੀ ਗੱਲ ਕੀਤੀ। ਆਪਾਂ ਜਦੋਂ ਪੰਜਾਬ ਦੇ ਵਿੱਚ ਘੁੰਮ ਰਹੇ ਹਾਂ, ਤੁਹਾਨੂੰ ਵੀ ਕੁਝ ਲੋਕ ਫੀਡਬੈਕ ਇੱਦਾਂ ਦੀ, ਜਾਂ ਸਾਨੂੰ ਜਦੋਂ ਆਪਾਂ ਲੋਕਾਂ ਨਾਲ ਵਿਚਰਦੇ ਤੇ ਆਮ ਇੱਕ ਚਰਚਾ ਬਣੀ ਪਈ ਹੈ ਕਿ ਇਸ ਵਾਰੀ ਕਿਸੇ ਦੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ, ਹੰਗ ਅਸੈਂਬਲੀ ਹੋ ਸਕਦੀ ਹੈ। ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਆਪਾਂ ਦੇਖਿਆ, ਤੁਸੀਂ ਤਾਂ ਦਾਅਵਾ ਕਰੋਗੇ ਕਿ ਪੂਰੀਆਂ ਸੀਟਾਂ ਆ ਰਹੀਆਂ ਨੇ। ਜੇ ਇਸ ਤਰ੍ਹਾਂ ਦੀ ਸਥਿਤੀ ਵੀ ਆਉਂਦੀ ਹੈ, ਜੇ ਪੂਰੀਆਂ ਸੀਟਾਂ ਮੈਜੋਰਿਟੀ ਤੁਹਾਡੀ ਪਾਰਟੀ ਨੂੰ ਨਹੀਂ ਮਿਲਦੀ, ਤਾਂ ਉਸ ਵੇਲੇ ਫਿਰ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਰਹੇਗਾ? ਹਾਈਪੋਥੈਟੀਕਲ ਕੁਐਸਚਨ ਹੈ, ਪਰ ਸਾਨੂੰ ਇੰਨਾ ਪਤਾ ਹੈ ਪਿਛਲੀ ਵਾਰ ਅਸੀਂ ਮਾਲਵਾ 18 ਸੀਟਾਂ ਸਾਡੀਆਂ ਮਾਲਵੇ 'ਚ ਆਈਆਂ ਸੀ ਤੇ 2 ਸੀਟਾਂ ਗੜਸ਼ੰਕਰ ਤੇ ਪੁਲਾਥੋਂ ਸਾਡੀਆਂ ਦੁਆਬੇ ਦੇ ਵਿੱਚ ਸੀ। ਮਾਝੇ ਸਾਡੇ ਕੋਲ, ਇਸ ਵਾਰ ਸਾਨੂੰ ਮਾਝਾ
ਦੁਆਬਾ ਤੇ ਮਾਲਵਾ ਤਿੰਨੋਂ ਜਗ੍ਹਾ ਤੋਂ ਸੀਟਾਂ ਮਿਲ ਰਹੀਆਂ ਨੇ। ਔਰ ਸੀਟਾਂ ਵੀ ਤੁਸੀਂ ਜਾ ਕੇ ਕਿਸੇ ਦਾ ਵੀ ਸਰਵੇ ਕਰ ਲਓ, ਕਿਸੇ ਪਿੰਡ 'ਚ ਵੀ ਜਾ ਕੇ ਤੁਸੀਂ ਬਹਿ ਜਾਓ, ਦੱਸਿਓ ਨਾ ਭਾਵੇਂ ਕਿਸੇ ਨੂੰ, ਸਾਈਕਲ ਤੇ ਜਾਂਦੇ ਕਿਸੇ ਬੰਦੇ ਨੂੰ ਰੋਕ ਲਓ, ਜਦੋਂ ਪੁੱਛੋਗੇ ਐਤਕੀ ਕੀ ਹੈ, ਆਪ ਐਤਕੀ ਕੀ ਹੈ, ਝਾੜੂ ਚੱਲੂ। ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ, ਕੈਪਟਨ ਸਾਹਿਬ ਤੇ ਵਿਸ਼ਵਾਸ ਕਰ ਲਿਆ ਸੀ ਉਹਨਾਂ ਨੇ 17 ਦੁਬਾਰਾ, ਸ਼ਾਇਦ ਇਹ 2002 ਜਾਂ 2007 ਵਾਲਾ ਕੈਪਟਨ ਹੈ, ਠੀਕ ਹੈ ਨਾ। ਪਰ ਕੈਪਟਨ ਸਾਹਿਬ ਨੇ ਜੋ ਧੋਖਾ ਕੀਤਾ, ਐਡੇ ਐਡੇ ਵਾਅਦੇ ਕਰਕੇ ਮਹਿਲਾ ਚੋਂ ਨਹੀਂ ਨਿਕਲੇ, ਲੋਕ ਕਹਿੰਦੇ ਨਹੀਂ ਹੁਣ ਨਹੀਂ, ਹੁਣ आम आदमी पार्टी। समा बहुत थोड़ा रह गया मैं जी। पंजाब के लोगों से भी अपील करना चाहता हूं आपके चैनल के जरिए। अभी अभी इन्होंने कहा कि जी अगर आपकी पूरी सीट नहीं आई तो आप क्या करोगे। तो अभी जितने सर्वे चल रहे हैं, कोई दिखा रहा है 57 सीट, कोई 58 सीट, कोई 59 सीट। मैं आज पंजाब के सब लोगों से अपील करना चाहता हूं, थोड़ा सा धक्का और मार दो। थोड़े से धक्के की जरूरत है, थोड़ा सा धक्का और मार दो। अपनी अपनी गली में, अपनी अपनी पिंड में, एक एक घर में आप जाके, आपको जिम्मेदारी लेनी पड़ेगी पंजाब के लोगों को। आप जाके एक एक घर में बोलो कि इस बार झाड़ू को वोट देना है, पंजाब बदलना है। और चुनाव वाले दिन एक एक आदमी को वोट डालने जाना है। कम से कम 80 सीट आनी चाहिए, ये आपको जिम्मेदारी लेनी पड़ेगी। ਸਮਾਂ ਥੋੜਾ ਰਹਿ ਗਿਆ। ਤੁਸੀਂ ਸਰਵੇਸ ਦਾ ਜ਼ਿਕਰ ਕੀਤਾ, ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਪੇਡ ਸਰਵੇ ਕਰਵਾ ਰਹੇ ਨੇ। मैं पेड सर्वे करा रहा हूँ, मेरे पास पैसे ही नहीं है पेड सर्वे कराने के। ਵੈਸੇ ਠੀਕ ਹੈ ਕੇਜਰੀਵਾਲ ਸਾਹਿਬ, ਪੰਜਾਬ ਦੇ ਵਿੱਚ ਜਿੰਨੇ ਤੁਸੀਂ ਫ੍ਰੀਬੀਜ਼ ਅਨਾਉਂਸ ਕੀਤੀਆਂ ਵੀ ਸਰਕਾਰ ਬਣੇਗੀ ਤੇ ਫ੍ਰੀ ਚ ਇਹ ਦਵਾਂਗੇ ਇਹ ਦਵਾਂਗੇ ਇਹ ਦਵਾਂਗੇ, ਔਰ ਉਸੇ ਸਮੇਂ ਤੁਸੀਂ ਨਾਲ ਇਹ ਵੀ ਕਹਿੰਦੇ ਹੋ ਕਿ ਪੰਜਾਬ ਤੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈਗਾ। ਤੇ ਇਹ ਗੱਲ ਵੀ ਚੱਲਦੀ ਹੈ ਕਿ ਜੇ ਤੁਹਾਨੂੰ ਪਤਾ ਕਿ ਪੰਜਾਬ ਤੇ ਕਰਜ਼ਾ ਇੰਨਾ, ਨਾਲੇ ਤੁਸੀਂ ਫ੍ਰੀ ਦੀਆਂ ਚੀਜ਼ਾਂ ਅਨਾਉਂਸ ਕਰੀ ਜਾਂਦੇ ਹੋ, ਔਰ ਪੈਰਲਲੀ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਆਪਣਾ ਮਾਡਲ ਦੇਖ ਕੇ ਫ੍ਰੀ ਦੀਆਂ ਚੀਜ਼ਾਂ ਅਨਾਉਂਸ ਕਰਦੇ ਨੇ ਤੇ ਉਹ ਵੀ ਦੂਸਰੇ ਪਾਸੇ ਕਹਿੰਦੇ ਪੰਜਾਬ ਤੇ ਕਰਜ਼ਾ ਬਹੁਤ ਹੈਗਾ, ਫਿਰ ਪੰਜਾਬ ਦੇ ਲੋਕਾਂ ਨੂੰ ਇਹ ਦੋ ਤਰ੍ਹਾਂ ਦਾ ਸੁਪਨਾ ਕਿਉਂ ਦਿਖਾਇਆ ਜਾ ਰਿਹਾ? ਇਹ ਪੰਜਾਬ ਦੀ ਇਕਨੋਮੀ ਠੀਕ ਕਿਵੇਂ ਕਰੋਗੇ ਜਦੋਂ ਪੈਰਲਲੀ ਤੁਸੀਂ ਫ੍ਰੀ ਦੇ ਵਿੱਚ ਸਾਰੀਆਂ ਚੀਜ਼ਾਂ ਵੀ ਪੂਰੀਆਂ ਕਰਨੀਆਂ ਨੇ? इन्होंने सारी कैलकुलेशन कर रखी है, ये देखो बताएंगे। देखो पता की है, ਤੁਸੀਂ ਦਿੱਲੀ ਦਾ ਵੀ ਇਹੀ ਹਾਲ ਸੀ ਜਦੋਂ 15 ਸਾਲ ਰਾਜ ਕਰਕੇ ਦਿੱਲੀ ਸ਼ੀਲਾ ਦੀਕਸ਼ਿਤ ਜੀ ਦੀ ਸਰਕਾਰ ਛੱਡ ਕੇ ਗਏ ਨੇ। ਦਿੱਲੀ ਦੇ ਵਿੱਚ ਵੀ ਜਿਹੜਾ ਸੀਗਾ ਕਰਜ਼ਾ ਸੀ, ਖਜ਼ਾਨੇ ਦਾ ਬੁਰਾ ਹਾਲ ਸੀ, ਹਸਪਤਾਲਾਂ ਦਾ ਸਾਰਾ ਕੁਝ। ਪਹਿਲਾ ਬਜਟ ਦਿੱਲੀ ਦਾ 26,000 ਕਰੋੜ ਦਾ ਪੇਸ਼ ਕੀਤਾ ਮਨੀਸ਼ ਸਿਸੋਦੀਆ ਜੀ ਨੇ। ਹਸਪਤਾਲ ਬਣਾਏ, ਹਸਪਤਾਲਾਂ 'ਚ ਫ੍ਰੀ ਇਲਾਜ ਹੋਏ, ਚਾਹ ਹੁਣ ਵੀ ਹੁੰਦੇ ਨੇ, ਨਵੀਆਂ ਲੇਟੈਸਟ ਮਸ਼ੀਨਾਂ ਆਈਆਂ, ਮੁਹੱਲਾ ਕਲੀਨਿਕ ਖੁੱਲੇ, ਪੂਰੀ ਦੁਨੀਆ 'ਚ ਉਹਨਾਂ ਦੀ ਚਰਚਾ ਹੋਈ, ਸਕੂਲ ਬਣੇ, 73% ਦਿੱਲੀ ਨੂੰ ਜ਼ੀਰੋ ਬਿੱਲ ਆਉਂਦਾ, ਬਿਜਲੀ ਆਡਿਟ ਕਰਵਾਇਆ ਕੰਪਨੀਆਂ ਦਾ, ਸਾਰਾ ਕੁਝ ਕੀਤਾ। ਤੇ ਹੁਣ ਜਿਹੜਾ ਬਜਟ ਪੇਸ਼ ਕੀਤਾ ਉਹ 69,000 ਕਰੋੜ ਦਾ, ਯਾਨੀ ਕਿ 2.5 ਗੁਣਾ ਹੋ ਗਿਆ। 2.5 ਗੁਣਾ ਬਜਟ ਵੀ ਵਧਾਤਾ, ਸਹੂਲਤਾਂ ਵੀ ਦਿੱਤੀਆਂ, ਕਰਜ਼ਾ ਵੀ ਨਹੀਂ ਚੜਨ ਦਿੱਤਾ। ਕਾਰਨ ਲੀਕੇਜ ਬੰਦ ਕਰਤੀ। ਜਿਹੜਾ ਪੁਲ 350 ਕਰੋੜ ਚ ਬਣਨਾ ਸੀ, ਨਵੀਂ ਟੈਕਨੀਕ ਨੇ 200 ਕਰੋੜ ਚ ਬਣਾਤਾ। 150 ਕਰੋੜ ਨਾਲ ਸਾਰੀ ਦਿੱਲੀ ਦੀ ਦਵਾਈ ਫ੍ਰੀ ਕਰਤੀ। ਇਹ ਚ ਤਾਂ ਕੋਈ ਫ੍ਰੀ ਵੀ ਆ ਚੱਕਰ ਨਹੀਂ ਨਾ। ਸੋ ਇਸੇ ਤਰ੍ਹਾਂ ਪੰਜਾਬ ਦੀ ਜਿਹੜੀ ਲੀਕੇਜ ਹੈ 34,000 35,000 ਕਰੋੜ ਤਾਂ ਇਕੱਲੇ ਬਜਟ ਦੇ ਵਿੱਚ ਕਰਪਸ਼ਨ ਦੀ ਲੀਕੇਜ ਹੈ। ਰੇਤੇ ਵਾਲਾ, ਇਸ ਤੋਂ ਬਾਅਦ ਐਕਸਾਈਜ਼, ਜਿੰਨੇ ਕਮਾਊ ਸਾਧਨ ਨੇ ਪੰਜਾਬ ਦੇ ਸਾਰੇ ਲੀਡਰਾਂ ਦੇ ਘਰ ਵੱਲ ਨੂੰ ਜਾਂਦੇ ਨੇ। ਉਹਨਾਂ ਨੂੰ ਆਪਾਂ ਖਜ਼ਾਨੇ ਵੱਲ ਲੈ ਕੇ ਆਵਾਂਗੇ, ਖਜ਼ਾਨਾ ਵੀ ਭਰਾਂਗੇ, 3 ਲੱਖ ਕਰੋੜ ਦਾ ਕਰਜ਼ਾ ਵੀ ਲਾਹਾਂਗੇ, ਭੱਜਦੇ ਨਹੀਂ, ਤੇ ਲੋਕਾਂ ਨੂੰ ਸਹੂਲਤਾਂ ਵੀ ਦੇਵਾਂਗੇ। ਇੱਕ ਛੋਟਾ ਜਿਹਾ ਸਵਾਲ ਜਲਦੀ ਚਾਹਾਂਗਾ ਜਵਾਬ ਦੇ ਦਿਓ ਕਿ ਜਿਸ ਤਰ੍ਹਾਂ 2013 ਦੇ ਵਿੱਚ ਜਦੋਂ ਅੰਨਾ ਅੰਦੋਲਨ 2013 ਚ ਤਾਂ ਆਮ ਆਦਮੀ ਪਾਰਟੀ ਹੈਗੀ, ਅੰਨਾ ਅੰਦੋਲਨ ਆਉਂਦਾ, ਉਦੋਂ ਇੱਕ ਪ੍ਰੈਸ਼ਰ ਗਰੁੱਪ ਦੇਸ਼ ਦੇ ਵਿੱਚ ਕ੍ਰੀਏਟ ਹੋ ਜਾਂਦਾ, ਸਰਕਾਰਾਂ ਨੂੰ ਝੁਕਣਾ ਪੈਂਦਾ। ਉਸੇ ਤਰ੍ਹਾਂ ਜੋ ਕਿਸਾਨਾਂ ਨੇ ਪ੍ਰੈਸ਼ਰ ਗਰੁੱਪ ਕ੍ਰੀਏਟ ਕੀਤਾ ਸੀਗਾ, ਅੱਜ ਦਾ ਜੋ ਪੋਲੀਟੀਕਲ ਸਿਸਟਮ ਹੈ ਕੇਜਰੀਵਾਲ ਸਾਹਿਬ, ਇੱਥੇ ਪ੍ਰੈਸ਼ਰ ਗਰੁੱਪ ਦੀ ਬੜੀ ਲੋੜ ਸੀਗੀ। ਪਰ ਜਿਸ ਤਰ੍ਹਾਂ ਤੁਸੀਂ ਵੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਆ ਗਏ, ਤੁਹਾਨੂੰ ਵੀ ਵਾਅਦੇ ਕਰਕੇ ਵੋਟਾਂ ਲੈਣੀਆਂ ਪੈਂਦੀਆਂ ਨੇ, ਪ੍ਰਚਾਰ ਵੀ ਕਰਨਾ ਪੈਂਦਾ, ਤੁਹਾਨੂੰ ਲੱਗਦਾ ਕਿ ਕਿਸਾਨਾਂ ਦਾ ਇਸ ਵੇਲੇ ਪੰਜਾਬ ਵਾਸਤੇ ਇੱਕ ਪ੍ਰੈਸ਼ਰ ਗਰੁੱਪ ਹੋਣਾ ਜ਼ਰੂਰੀ ਸੀ ਜੇਕਰ ਉਹ ਪੋਲੀਟੀਕਲ ਪਾर्टी ना भी बनते? मैं किसानों की बहुत इज्जत करता हूँ, उनके सभी लीडर्स की इज्जत करता हूँ। जब किसान आंदोलन दिल्ली के बॉर्डर पे चल रहा था, हमने उनको हर तरह की सुविधा भी दी थी। अब उनमें से कुछ नेताओं ने पार्टी बनाई है, उनका भी सबका स्वागत है। पार्टी उन्होंने बनाई है, जनता को तय करना है। लेकिन मुझे ये लगता है कि इस वक्त पूरे पंजाब की अंदर आम आदमी पार्टी को लेके एक बहुत जबरदस्त माहौल है। बाकी आने वाला समय बताएगा। ਕੇਜਰੀਵਾਲ ਸਾਹਿਬ, ਆਖਰੀ ਸਵਾਲ। ਪਿਛਲੀ ਵਾਰੀ ਤੁਸੀਂ 100 ਸੀਟਾਂ ਦਾ ਦਾਅਵਾ ਕੀਤਾ ਸੀਗਾ, ਸਰਵੇ ਤੁਸੀਂ ਇਸ ਵਾਰੀ ਵੀ ਕਰਵਾ ਲਏ, ਇਸ ਵਾਰੀ ਕਿੰਨੀਆਂ ਸੀਟਾਂ ਆ ਰਹੀਆਂ ਨੇ ਇਹ ਵੀ ਦੱਸ ਦਿਓ। कोई दावा नहीं करूंगा, जो जनता निर्णय लेगी वो निर्णय सर माथे पे है।
बहुत बहुत धन्यवाद केजरीवाल साहब, बहुत बहुत Thank धन्यवाद you. भगवंत मान साहब। सो ये सन अरविंद केजरीवाल भगवंत मान। हालांकि पिछली बारी 100 सीटां ਦਾ ਦਾਵਾ ਕੀਤਾ ਗਿਆ ਸੀ, ਇਸ ਵਾਰੀ ਸਰਵੇ ਵੀ ਹੋਏ ਨੇ ਪਰ ਪਾਰਟੀ ਕੋਈ ਦਾਵਾ ਨਹੀਂ ਕਰ ਰਹੀ ਕਿਉਂਕਿ ਚੋਣ ਮੈਦਾਨ ਦੇ ਵਿੱਚ ਇਸ ਵਾਰੀ ਚੋਣ ਲੜਨ ਵਾਲੀਆਂ ਬਹੁਤ ਸਾਰੀਆਂ ਧਿਰਾਂ ਮੌਜੂਦ ਹੈਗੀਆਂ ਨੇ। ਨਤੀਜਾ ਦਾ ਅੰਦਾਜ਼ਾ ਸਹੀ ਕੋਈ ਵੀ ਨਹੀਂ ਲਾ ਪਾ ਰਿਹਾ ਕਿ ਕੀ ਆਏਗਾ। ਹਾਲਾਂਕਿ ਆਪੋ ਆਪਣਾ ਦਾਵਾ ਜ਼ਰੂਰ ਸਾਰੀਆਂ ਪਾਰਟੀਆਂ ਠੋਕ ਰਹੀਆਂ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।